ਅਸੀਂ ਪਿਛਲੇ ਐਪੀਸੋਡ ਵਿੱਚ ਦੇਖਿਆ ਕਿ ਮੁਕਤੀ ਕੀ ਹੈ ਤੇ ਹੁਣ ਅਸੀਂ ਮੁਕਤੀ ਦੀ ਗੱਲ ਕਰਦੇ ਹਾਂ ਥੋੜੀ ਹੋਰ ਡੂੰਘਾਈ ਦੇ ਵਿੱਚ। ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਪਾਪੀ ਨਿਰਦੋਸ਼ੀ ਠਹਿਰਾਇਆ ਜਾਂਦਾ ਹੈ, ਕਿਵੇਂ ਇੱਕ ਗੁਨਾਹਗਾਰ ਨਿਰਦੋਸ਼ ਠਹਿਰਾਇਆ ਜਾਂਦਾ ਹੈ। ਅਸੀਂ ਪੜ੍ਹਦੇ ਹਾਂ ਰੋਮੀਆਂ ਦਾ ਖੱਤ ਉਸਦਾ 3 ਅਧਿਆਇ ਅਤੇ ਉਸਦੀ 23 ਆਇਤ। ਉਸ ਵਿੱਚ ਲਿਖਦਾ ਹੈ ਪੌਲੁਸ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ, ਸੋ ਉਹਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯੀਸ਼ੂ ਤੋਂ ਹੁੰਦਾ ਹੈ ਉਹ ਮੁਕਤ ਧਰਮੀ ਗਿਣੇ ਜਾਂਦੇ ਹਨ। ਅਸੀਂ ਗੱਲ ਕਰਦੇ ਹਾਂ ਵੀ ਧਰਮੀ ਕੌਣ ਬਣਾਇਆ ਜਾਂਦਾ ਹੈ। ਪਾਪੀ ਤੋਂ ਅਸੀਂ ਨਿਰਦੋਸ਼ ਸਾਬਿਤ ਕਿੱਦਾਂ ਹੁੰਦੇ ਹਾਂ। ਜਿਹੜਾ ਇਹ ਵਰਡ ਅਸੀਂ ਦੇਖਿਆ, ਸ਼ਬਦ ਦੇਖਿਆ ਧਰਮੀ, ਉਸ ਦਾ ਮਤਲਬ ਇਹ ਹੈ ਕਿ ਇੱਕ ਪਾਪੀ ਸਾਫ਼ ਕਿਵੇਂ ਹੋ ਗਿਆ, ਇੱਕ ਪਾਪੀ ਨਿਰਦੋਸ਼ ਸਾਬਿਤ ਕਿਵੇਂ ਹੋ ਗਿਆ। ਅਤੇ ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਜਦੋਂ ਇਸ ਸੰਸਾਰ 'ਤੇ ਆਇਆ ਅਤੇ ਉਸਨੇ ਸਲੀਬ ਉੱਤੇ ਆਪਣਾ ਖੂਨ ਡੋਲ ਦਿੱਤਾ ਅਤੇ ਉਹ ਇੱਕ ਪ੍ਰਾਸ਼ਚਿਤ ਸਾਡੇ ਪਾਪਾਂ ਲਈ ਬਣ ਗਿਆ। ਹੁਣ ਇਹ ਵਰਡ ਜਿਹੜਾ ਅਸੀਂ ਇੰਗਲਿਸ਼ ਵਿੱਚ ਦੇਖਦੇ ਹਾਂ ਉਹਨੂੰ ਪ੍ਰੋਪੀਸ਼ੀਏਸ਼ਨ ਕਹਿੰਦੇ ਆ, ਅਤੇ ਉਹਦਾ ਮਤਲਬ ਇਹ ਹੈ ਕਿ ਯਿਸੂ ਮਸੀਹ ਨੇ ਸਾਡੇ ਲਈ ਆਪਣੇ ਆਪ ਨੂੰ ਸਲੀਬ 'ਤੇ ਚੜ੍ਹਾ ਦਿੱਤਾ। ਪ੍ਰਭੂ ਯਿਸੂ ਮਸੀਹ ਜਦੋਂ ਸਲੀਬ 'ਤੇ ਚਾੜ੍ਹਿਆ ਗਿਆ, ਉਸ ਨੇ ਸਲੀਬ 'ਤੇ ਚੜ੍ਹਦੇ ਹੋਏ ਸਾਡੀ ਜਗ੍ਹਾ ਲੈ ਲਈ, ਅਤੇ ਜੋ ਪਰਮੇਸ਼ਰ ਦਾ ਨਿਆਂ ਸੀ, ਜੋ ਪਾਪ ਉੱਤੇ ਡਿੱਗਣਾ ਸੀ ਅਤੇ ਪਾਪੀ ਉੱਤੇ ਡਿੱਗਣਾ ਸੀ, ਉਹ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਤੇ ਲੈ ਲਿਆ। ਅਤੇ ਹੁਣ ਜੋ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਕਰਦਾ ਹੈ ਅਤੇ ਹੁਣ ਜੋ ਪਰਮੇਸ਼ਰ ਯਿਸੂ ਮਸੀਹ 'ਤੇ ਵਿਸ਼ਵਾਸ ਕਰਦਾ ਹੈ ਉਹ ਆਪਣੀ ਨੇਚਰ ਦੇ ਕਾਰਨ ਬਚਾਇਆ ਜਾਂਦਾ ਹੈ। ਪ੍ਰਭੂ ਯਿਸੂ ਮਸੀਹ ਦੇ ਉੱਤੇ ਨੇਚਰ ਜੋ ਕਰਦਾ ਹੈ ਉਹ ਇਨਸਾਨ ਬਚਾਇਆ ਜਾਂਦਾ ਹੈ। ਕਿਉਂਕਿ ਪ੍ਰਭੂ ਯਿਸੂ ਮਸੀਹ ਸਾਡਾ ਪ੍ਰਾਸ਼ਚਿਤ ਹੋ ਗਿਆ। ਪ੍ਰਭੂ ਯਿਸੂ ਮਸੀਹ ਨੇ ਸਾਡੀ ਜਗ੍ਹਾ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ। ਇਸ ਤਰ੍ਹਾਂ ਉਸਨੇ ਸਾਡੇ ਪਾਪਾਂ ਦੀ ਮਾਫੀ ਸਾਨੂੰ ਦੇ ਦਿੱਤੀ। ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਜੋ ਹੈ ਉਹ ਅਪਣਾਇਆ ਗਿਆ, ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਵਿੱਚ ਇੱਕ ਵੀ ਪਾਪ ਨਹੀਂ ਸੀ। ਤੁਸੀਂ ਅਤੇ ਮੈਂ ਕਿੰਨੇ ਪਾਪ ਕੀਤੇ ਹਨ, ਇਸ ਲਈ ਸਾਡਾ ਜੋ ਵੀ ਬਲੀਦਾਨ ਬਣਦਾ ਸੀ ਉਹ ਅਸੀਂ ਨਹੀਂ ਸੀ ਦੇ ਸਕਦੇ। ਹੁਣ ਨਾ ਤਾਂ ਪ੍ਰਭੂ ਪਰਮੇਸ਼ਰ ਜੋ ਹੈ ਉਹ ਨਾ ਸਾਡੇ ਚੰਗੇ ਕੰਮਾਂ ਤੋਂ ਪ੍ਰਸੰਨ ਹੈ, ਨਾ ਉਹ ਸਾਡੇ ਦਾਨ ਪੁੰਨ ਤੋਂ ਪ੍ਰਸੰਨ ਹੈ। ਉਹ ਸਿਰਫ ਯਿਸੂ ਮਸੀਹ ਦੇ ਪ੍ਰਾਸ਼ਚਿਤ ਹੋਣ ਤੋਂ ਹੀ ਪ੍ਰਸੰਨ ਹੁੰਦਾ ਹੈ। ਅਤੇ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਜ਼ਰੀਏ ਸਾਨੂੰ ਬਚਾਉਣ ਦਾ ਇੱਕ ਰਾਹ ਤਿਆਰ ਕੀਤਾ। ਇਸ ਨੂੰ ਹੀ ਅਸੀਂ ਮੁਕਤੀ ਕਹਿੰਦੇ ਹਾਂ। ਅਤੇ ਅੱਜ ਅਸੀਂ ਗੱਲ ਕਰਦੇ ਹਾਂ ਵੀ ਇੱਕ ਇਨਸਾਨ ਨਿਰਦੋਸ਼ ਸਾਬਿਤ ਕਿਵੇਂ ਹੋਇਆ, ਅਤੇ ਇਹ ਇੱਕ ਮੁਕਤੀ ਦਾ ਇੱਕ ਪੜਾਅ ਹੈ, ਜਾਂ ਇੱਕ ਕਹਿ ਲਓ ਵੀ ਮੁਕਤੀ ਕਿਵੇਂ ਸਾਡੀ ਜ਼ਿੰਦਗੀਆਂ 'ਚ ਆ ਗਈ। ਜਿਨ੍ਹਾਂ ਨੇ ਯਿਸੂ ਮਸੀਹ 'ਤੇ ਵਿਸ਼ਵਾਸ ਕੀਤਾ ਉਹ ਨਿਰਦੋਸ਼ੀ ਸਾਬਿਤ ਕੀਤੇ ਗਏ। ਰੋਮੀਆਂ ਦੇ ਖੱਤ ਵਿੱਚ ਜੇ ਅਸੀਂ ਪੜ੍ਹੀਏ ਫਿਰ ਉਸਦਾ 8 ਅਧਿਆਇ ਉਸਦੀ 1 ਆਇਤ, ਉਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਹੁਣ ਜੋ ਕੋਈ ਮਸੀਹ ਯਿਸੂ ਦੇ ਵਿੱਚ ਹੈ ਉਸ ਉੱਤੇ ਦੋਸ਼ ਨਹੀਂ ਲੱਗਿਆ ਹੋਇਆ, ਉਸ ਉੱਤੇ ਪਾਪ ਦਾ ਦੋਸ਼ ਨਹੀਂ ਹੈ, ਉਸ ਉੱਤੇ ਸਜ਼ਾ ਦਾ ਦੋਸ਼ ਨਹੀਂ ਹੈ। ਹੁਣ ਕਿਉਂਕਿ ਯਿਸੂ ਮਸੀਹ ਨੇ ਸਾਡਾ ਪਾਪ ਆਪਣੇ ਉੱਤੇ ਲੈ ਲਿਆ ਅਤੇ ਯਿਸੂ ਮਸੀਹ ਨੇ ਸਾਡੀ ਸਜ਼ਾ ਆਪਣੇ ਉੱਤੇ ਲੈ ਲਈ। ਇਸ ਕਰਕੇ ਹੁਣ ਯਿਸੂ ਮਸੀਹ ਦੀ ਪਵਿੱਤਰਤਾ ਹੀ ਸਾਡੀ ਜ਼ਿੰਦਗੀ 'ਚ ਆ ਗਈ, ਕਿਉਂਕਿ ਯਿਸੂ ਮਸੀਹ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਬਣ ਗਿਆ। ਇਸੇ ਲਈ ਅਸੀਂ ਹੁਣ ਨਿਰਦੋਸ਼ ਸਾਬਿਤ ਕੀਤੇ ਗਏ, ਅਤੇ ਇਹਨੂੰ ਇੰਗਲਿਸ਼ ਵਿੱਚ ਅਸੀਂ ਕਹਿੰਦੇ ਹਾਂ ਜਸਟੀਫਿਕੇਸ਼ਨ, ਵੀ ਅਸੀਂ ਜਸਟੀਫਾਈਡ ਹੋ ਗਏ। ਮਤਲਬ ਕਿ ਹੁਣ ਸਾਡੇ ਉੱਤੇ ਦੋਸ਼ ਨਹੀਂ ਲੱਗਿਆ ਹੋਇਆ। ਅਤੇ ਮੁਕਤੀ ਦਾ ਕਹਿ ਲਓ ਇੱਕ ਪਹਿਲਾ ਪੜਾਅ ਹੈ ਜਦੋਂ ਅਸੀਂ ਯਿਸੂ ਮਸੀਹ 'ਤੇ ਵਿਸ਼ਵਾਸ ਕੀਤਾ, ਆਪਣੇ ਪਾਪਾਂ ਤੋਂ ਤੌਬਾ ਕੀਤੀ, ਪ੍ਰਭੂ ਵੱਲ ਮੁੜੇ, ਉਸੇ ਦਿਨ ਸਾਡੇ ਸਾਰੇ ਪਾਪ ਮਾਫ ਹੋ ਗਏ। ਸਾਡੇ ਪਾਪ ਜੋ ਅਸੀਂ ਪਿਛਲੇ ਸਮੇਂ ਕੀਤੇ ਸੀ ਉਹ ਮਾਫ ਹੋ ਗਏ, ਸਾਡੇ ਪਾਪ ਜੋ ਅਸੀਂ ਹੁਣ ਕਰਦੇ ਹਾਂ ਉਹ ਵੀ ਮਾਫ ਹੋ ਜਾਂਦੇ ਹਨ। ਇਸੇ ਲਈ ਅਸੀਂ ਦੇਖਦੇ ਹਾਂ ਕਿ ਵੀ ਹੁਣ ਵੀ ਅਸੀਂ ਤੌਬਾ ਕਰਦੇ ਹਾਂ। ਮਸੀਹੀ ਜੀਵਨ ਜੋ ਹੈ ਤੌਬਾ ਵਾਲਾ ਜੀਵਨ ਹੈ। ਜਦੋਂ ਅਸੀਂ ਪਾਪ 'ਚ ਡਿੱਗ ਜਾਂਦੇ ਹਾਂ ਅਸੀਂ ਮਾਫੀ ਮੰਗਦੇ ਹਾਂ, ਅਸੀਂ ਪ੍ਰਭੂ ਕੋਲ ਦੁਆਰਾ ਆਉਂਦੇ ਹਾਂ ਅਤੇ ਜਾਣਦੇ ਹਾਂ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ ਸਲੀਬ ਉੱਤੇ, ਅਤੇ ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਦੇ ਦੁਆਰਾ ਹੀ ਅਸੀਂ ਨਿਰਦੋਸ਼ੀ ਸਾਬਿਤ ਹੋ ਗਏ। ਅਤੇ ਪ੍ਰਭੂ ਯਿਸੂ ਮਸੀਹ ਜਿਹਦੇ ਕੋਲ ਹੈ ਉਹ ਬਚਾਇਆ ਜਾਂਦਾ ਹੈ, ਜਿਹਦੇ ਕੋਲ ਪ੍ਰਭੂ ਯਿਸੂ ਮਸੀਹ ਨਹੀਂ ਹੈ ਉਹ ਬਚਾਇਆ ਨਹੀਂ ਜਾਂਦਾ। ਅਤੇ ਅੱਜ ਮੈਂ ਚਾਹੁੰਦਾ ਹਾਂ ਕਿ ਤੁਸੀਂ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਕਰੋ। ਪ੍ਰਭੂ ਪਰਮੇਸ਼ਵਰ ਪਿਤਾ ਇਸ ਸੰਸਾਰ ਦਾ ਰਚਨਹਾਰ ਉਹ ਕਹਿੰਦਾ ਹੈ, ਉਹ ਤੁਹਾਨੂੰ ਹੁਕਮ ਦਿੰਦਾ ਹੈ ਕਿ ਮੇਰੇ ਪੁੱਤਰ 'ਤੇ ਵਿਸ਼ਵਾਸ ਕਰੋ। ਜੋ ਕੋਈ ਯਿਸੂ ਮਸੀਹ 'ਤੇ ਵਿਸ਼ਵਾਸ ਲਿਆਉਂਦਾ ਹੈ ਉਸ ਕੋਲ ਪਿਤਾ ਅਤੇ ਪਵਿੱਤਰ ਆਤਮਾ ਵੀ ਆਉਂਦੇ ਹਨ, ਅਤੇ ਪ੍ਰਭੂ ਯਿਸੂ ਮਸੀਹ ਦੇ ਮੁਕਤੀ ਦੇ ਦੁਆਰਾ ਹੀ ਅਸੀਂ ਸਦੀਵਕ ਜੀਵਨ ਪਾਉਂਦੇ ਹਾਂ, ਅਤੇ ਸਾਡੇ ਉੱਤੇ ਹੁਣ ਪਾਪਾਂ ਦਾ ਦੋਸ਼ ਨਹੀਂ ਲੱਗਿਆ ਹੁੰਦਾ। ਇਹ ਹੀ
ਮੁਕਤੀ ਹੈ। ਅਸੀਂ ਗੱਲ ਕਰਦੇ ਹਾਂ ਫਿਰ ਮੁਕਤੀ ਦੀ, ਅਤੇ ਅੱਜ ਅਸੀਂ ਜੋ ਗੱਲ ਦੇਖਣ ਜਾ ਰਹੇ ਹਾਂ ਉਹ ਹੈ ਕਿ ਸਾਡਾ ਮਸੀਹੀ ਚਾਲ ਚੱਲਣ ਕਿਵੇਂ ਹੋ ਜਾਂਦਾ ਹੈ ਜਦੋਂ ਸਾਡੀ ਜ਼ਿੰਦਗੀਆਂ 'ਚ ਪ੍ਰਭੂ ਦੀ ਮੁਕਤੀ ਆ ਜਾਂਦੀ ਹੈ। ਜਦੋਂ ਸਾਡੀ ਜ਼ਿੰਦਗੀਆਂ 'ਚ ਪ੍ਰਭੂ ਆ ਜਾਂਦਾ ਹੈ, ਸਾਡਾ ਮਸੀਹੀ ਚਾਲ ਚੱਲਣ ਕੀ ਹੁੰਦਾ ਹੈ। ਅਤੇ ਗੱਲ ਕਰੀਏ ਆਪਣੇ ਮਸੀਹੀ ਚਾਲ ਚੱਲਣ ਦੀ, ਜੋ ਕਿ ਸਾਡੀ ਮੁਕਤੀ ਦੇ ਨਾਲ ਜੁੜਿਆ ਹੁੰਦਾ ਹੈ, ਅਤੇ ਇਹਨੂੰ ਅਸੀਂ ਇੰਗਲਿਸ਼ ਵਿੱਚ ਸੈਂਕਟੀਫਿਕੇਸ਼ਨ ਕਹਿੰਦੇ ਹਾਂ। ਵੀ ਅਸੀਂ ਕਿਵੇਂ ਹੁਣ ਸਾਫ਼ ਕੀਤੇ ਜਾ ਰਹੇ ਹਾਂ। ਹਾਲਾਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਬਲੀਦਾਨ ਦੇ ਦਿੱਤਾ, ਅਤੇ ਉਸ ਦੇ ਬਲੀਦਾਨ ਦੇ ਦੁਆਰਾ ਹੁਣ ਸਾਨੂੰ ਸਦੀਵਕ ਜੀਵਨ ਮਿਲ ਗਿਆ। ਅਤੇ ਉਸ ਸਦੀਵਕ ਜੀਵਨ ਦਾ ਚਿੰਨ੍ਹ ਸਾਡੀ ਜ਼ਿੰਦਗੀ 'ਚ ਕੀ ਹੈ। ਹੁਣ ਕਈ ਲੋਕ ਕਹਿੰਦੇ ਹਨ ਕਿ ਅਸੀਂ ਮਸੀਹ ਹਾਂ ਕਿਉਂਕਿ ਸਾਡਾ ਜਨਮ ਇੱਕ ਮਸੀਹ ਘਰਾਣੇ ਵਿੱਚ ਹੋਇਆ ਸੀ। ਪਰ ਜੇ ਤੁਸੀਂ ਆਪਣੀ ਬਾਈਬਲ ਚੰਗੀ ਤਰੀਕੇ ਨਾਲ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਕੋਈ ਵੀ ਜਨਮ ਤੋਂ ਮਸੀਹੀ ਨਹੀਂ ਹੁੰਦਾ। ਜਦੋਂ ਤੱਕ ਇੱਕ ਇਨਸਾਨ ਆਪਣੇ ਪਾਪਾਂ ਤੋਂ ਮਾफ़ੀ ਨਹੀਂ ਮੰਗਦਾ, ਆਪਣੇ ਪਾਪਾਂ ਤੋਂ ਤੌਬਾ ਨਹੀਂ ਕਰਦਾ, ਤਦ ਤੱਕ ਕੋਈ ਵੀ ਇਨਸਾਨ ਮਸੀਹੀ ਨਹੀਂ ਕਹਿਲਾਇਆ ਜਾ ਸਕਦਾ। ਤਦ ਤੱਕ ਕਿਸੇ ਵੀ ਇਨਸਾਨ ਕੋਲ ਮੁਕਤੀ ਨਹੀਂ ਆ ਸਕਦੀ। ਇਸੇ ਲਈ ਚਾਹੇ ਤੁਸੀਂ ਮਸੀਹ ਘਰਾਣੇ 'ਚ ਜੰਮੇ ਹੋ ਜਾਂ ਤੁਸੀਂ ਗੈਰ ਮਸੀਹ ਘਰਾਣੇ 'ਚ ਜੰਮੇ ਹੋ, ਤੁਹਾਨੂੰ ਹਾਲੇ ਵੀ ਤੌਬਾ ਕਰਨ ਦੀ ਲੋੜ ਹੈ, ਅਤੇ ਤੁਹਾਨੂੰ ਮਾफ़ੀ ਮੰਗਣ ਦੀ ਲੋੜ ਹੈ, ਅਤੇ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਦੀ ਲੋੜ ਹੈ। ਅਤੇ ਅਸੀਂ ਗੱਲ ਕਰਦੇ ਹਾਂ ਵੀ ਜਦੋਂ ਅਸੀਂ ਵਿਸ਼ਵਾਸ ਯਿਸੂ ਮਸੀਹ ਦੇ ਕਰ ਲਿਆ ਅਤੇ ਸਾਡਾ ਚਾਲ ਚੱਲਣ ਕਿਵੇਂ ਹੋ ਗਿਆ। ਕਿਉਂਕਿ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਜਿਹੜੇ ਪ੍ਰਭੂ ਦੇ ਲੋਕ ਹਨ ਉਹ ਆਪਣੇ ਫਲਾਂ ਤੋਂ ਪਹਿਚਾਨੇ ਜਾਣਗੇ। ਯਾਨੀ ਕਿ ਸਾਡੇ ਕੰਮ ਬਦਲ ਜਾਂਦੇ ਹਨ ਜਦੋਂ ਅਸੀਂ ਯਿਸੂ ਮਸੀਹ ਦੇ ਕੋਲ ਆਉਂਦੇ ਹਾਂ। ਅਤੇ ਇਸ ਲਈ ਅਸੀਂ ਪੜ੍ਹਦੇ ਹਾਂ ਅਫਸੀਆਂ ਦਾ ਖੱਤ ਉਸਦਾ 2 ਅਧਿਆਇ ਅਤੇ ਉਸਦੀ 8 ਆਇਤ ਤੋਂ। ਉਹਦੇ ਵਿੱਚ ਪੌਲੁਸ ਲਿਖਦਾ ਹੈ, ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਤੁਹਾਡੇ ਵੱਲੋਂ ਨਹੀਂ, ਇਹ ਪਰਮੇਸ਼ਵਰ ਦੀ ਬਖਸ਼ੀਸ਼ ਹੈ। ਇਹ ਕਾਰਨੀਆਂ ਤੋਂ ਨਹੀਂ, ਅਜਿਹਾ ਨਾ ਹੋਵੇ ਭਈ ਕੋਈ ਘਮੰਡ ਕਰੇ। ਕਿਉਂ ਜੋ ਅਸੀਂ ਉਹਦੀ ਰਚਨਾ ਹਾਂ, ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ, ਜੋ ਪਰਮੇਸ਼ਵਰ ਨੇ ਅੱਗੇ ਹੀ ਤਿਆਰ ਕੀਤੇ ਸਨ ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ। ਇਸ ਆਇਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿਰਪਾ ਦੇ ਦੁਆਰਾ ਬਚਾਏ ਗਏ, ਯਾਨੀ ਕਿ ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਦੇ ਦੁਆਰਾ ਅਸੀਂ ਬਚਾਏ ਗਏ। ਦੂਜੀ ਗੱਲ ਇਹ ਹੈ ਕਿ ਕਿਉਂਕਿ ਅਸੀਂ ਬਚਾਏ ਗਏ, ਹੁਣ ਅਸੀਂ ਉਹ ਕੰਮ ਕਰਦੇ ਹਾਂ ਜੋ ਪਰਮੇਸ਼ਰ ਨੂੰ ਪਸੰਦ ਹਨ। ਅਸੀਂ ਆਪਣੇ ਕੰਮਾਂ ਤੋਂ ਨਹੀਂ ਬਚਾਏ ਜਾਂਦੇ, ਪਰ ਅਸੀਂ ਚੰਗੇ ਕੰਮਾਂ ਲਈ ਬਚਾਏ ਗਏ। ਇਹ ਬਹੁਤ ਹੀ ਜ਼ਰੂਰੀ ਗੱਲ ਹੈ, ਕਿਉਂਕਿ ਕਈ ਲੋਕਾਂ ਨੂੰ ਲੱਗਦਾ ਹੈ, ਚਰਚਾਂ ਦੇ ਵਿੱਚ ਵੀ, ਕਲੀਸਿਆਵਾਂ ਦੇ ਵਿੱਚ ਵੀ ਕਈ ਲੋਕਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਚੰਗੇ ਕੰਮਾਂ ਤੋਂ ਬਚਾਏ ਜਾਂਦੇ ਹਨ, ਕਿਉਂਕਿ ਉਹ ਚਰਚ ਵਿੱਚ ਆ ਕੇ ਸਫਾਈ ਕਰਦੇ ਹਨ ਜਾਂ ਪ੍ਰਚਾਰ ਸੁਣਦੇ ਹਨ ਜਾਂ ਹਦੀਆ ਦਿੰਦੇ ਹਨ, ਇਸ ਕਰਕੇ ਉਹਨਾਂ ਨਾਲ ਪ੍ਰਭੂ ਖੁਸ਼ ਹੈ। ਹਾਲਾਂਕਿ ਇਹ ਕੰਮ ਚੰਗੇ ਹਨ, ਪਰ ਤੁਸੀਂ ਇਹਨਾਂ ਚੰਗੇ ਕੰਮਾਂ ਕਰਕੇ ਨਹੀਂ ਬਚਾਏ ਗਏ, ਤੁਸੀਂ ਇਹਨਾਂ ਚੰਗੇ ਕੰਮਾਂ ਲਈ ਬਚਾਏ ਗਏ। ਜਦੋਂ ਤੁਹਾਡਾ ਜੀਵਨ ਮਸੀਹ ਦੇ ਵਿੱਚ ਨਹੀਂ ਸੀ, ਤੁਸੀਂ ਮਸੀਹ ਤੋਂ ਦੂਰ ਸੀ, ਅਤੇ ਤੁਹਾਡੇ 'ਚ ਜਿਹੜੇ ਕੰਮ ਸੀ ਤੁਹਾਨੂੰ ਸ਼ਾਇਦ ਲੱਗਦਾ ਸੀ ਉਹ ਚੰਗੇ ਕੰਮ ਸੀ, ਪਰ ਉਹ ਪਰਮੇਸ਼ਰ ਦੀ ਨਜ਼ਰਾਂ 'ਚ ਬੁਰੇ ਕੰਮ ਸੀ। ਪਰ ਜਦੋਂ ਤੁਸੀਂ ਤੌਬਾ ਕਰ ਲਈ, ਜਦੋਂ ਤੁਸੀਂ ਪਰਮੇਸ਼ਰ ਤੋਂ ਆ ਗਏ, ਅਤੇ ਜਦੋਂ ਤੁਹਾਨੂੰ ਮੁਕਤੀ ਮਿਲ ਗਈ, ਅਤੇ ਤੁਹਾਡੇ ਕੰਮ ਬਦਲ ਗਏ, ਤੁਹਾਡੀ ਸੋਚ ਬਦਲ ਗਈ। ਇਸ ਨੂੰ ਹੀ ਅਸੀਂ ਸੈਂਕਟੀਫਿਕੇਸ਼ਨ ਕਹਿੰਦੇ ਹਾਂ। ਅਤੇ ਪ੍ਰਭੂ ਯਿਸੂ ਮਸੀਹ ਜੋ ਹੈ ਆਪਣੇ ਪਵਿੱਤਰ ਆਤਮਾ ਦੇ ਜ਼ਰੀਏ ਸਾਡੀ ਸੋਚ ਨੂੰ, ਸਾਡੇ ਕੰਮਾਂ ਨੂੰ ਬਦਲ ਰਿਹਾ ਹੈ। ਉਹ ਹਾਲੇ ਵੀ ਸਾਨੂੰ ਬਚਾ ਰਿਹਾ ਹੈ। ਸਾਨੂੰ ਉਹ ਸਾਡੇ ਖੁਦ ਦੀ ਆਪ ਦੀ ਸੋਚ ਤੋਂ ਬਚਾਉਂਦਾ ਹੈ, ਸਾਡੇ ਆਪ ਦੇ ਪਾਪਾਂ ਤੋਂ ਬਚਾਉਂਦਾ ਹੈ, ਅਤੇ ਸਾਨੂੰ ਉਹ ਰਾਹ 'ਤੇ ਲੈ ਕੇ ਜਾ ਰਿਹਾ ਹੈ ਜੋ ਕਿ ਇੱਕ ਭੀੜਾ ਰਾਹ ਹੈ, ਜਿਸ ਵਿੱਚ ਬਹੁਤ ਲੋਕ ਨਹੀਂ ਚੱਲਦੇ। ਅਤੇ ਇਹੀ ਸਾਡੀ ਸੈਂਕਟੀਫਿਕੇਸ਼ਨ ਹੈ, ਇਹੀ ਸਾਡੀ ਮੁਕਤੀ ਦਾ ਚਿੰਨ੍ਹ ਹੈ ਕਿ ਹੁਣ ਸਾਡੇ ਕੰਮ ਬਦਲ ਗਏ। ਅਤੇ ਜੋ ਕੋਈ ਆਪਣੇ ਆਪ ਨੂੰ ਮਸੀਹ ਕਹਿੰਦਾ ਹੈ, ਉਹ ਪਾਪ ਤੋਂ ਭੱਜਦਾ ਹੈ ਅਤੇ ਉਹ ਪ੍ਰਭੂ ਯਿਸੂ ਮਸੀਹ ਦੇ ਵੱਲ ਆਉਂਦਾ ਹੈ। ਕਿਉਂਕਿ ਹੁਣ ਸਾਡਾ ਜੀਵਨ ਪਾਪ ਦਾ ਨਹੀਂ ਬਲਕਿ ਪਵਿੱਤਰਤਾਈ ਵਾਲਾ ਜੀਵਨ ਹੋ ਗਿਆ। ਅਤੇ ਇਹ ਜਿਹੜਾ ਜੀਵਨ ਹੈ ਮੁਕਤੀ ਦੇ ਦੁਆਰਾ ਹੁਣ ਸਾਡੀ ਜ਼ਿੰਦਗੀ 'ਚ ਪਵਿੱਤਰਤਾਈ ਆ ਗਈ ਪ੍ਰਭੂ ਯਿਸੂ ਮਸੀਹ ਦੀ, ਅਤੇ ਇਸ ਪਵਿੱਤਰਤਾਈ ਦੇ ਕਰਕੇ ਹੀ ਹੁਣ ਅਸੀਂ ਸੰਸਾਰ ਤੋਂ ਅਲੱਗ ਹੋ ਗਏ। ਸਾਡੇ ਕੰਮ ਜੋ ਹੈ, ਸਾਡੀ ਸੋਚ ਜੋ ਹੈ, ਉਹ ਸੰਸਾਰ ਤੋਂ ਅਲੱਗ ਹੋ ਗਈ। ਅਤੇ ਇਹ ਸੋਚ, ਇਹ ਕੰਮ ਉਦੋਂ ਤੱਕ ਚੱਲੀ ਜਾਣਗੇ, ਇਹ ਪਵਿੱਤਰਤਾਈ ਵਾਲਾ ਜੀਵਨ ਉਦੋਂ ਤੱਕ ਚੱਲੇ ਜਾਵੇਗਾ ਜਦ ਤੱਕ ਅਸੀਂ ਮਰਦੇ ਨਹੀਂ, ਜਦ ਤੱਕ ਅਸੀਂ ਪ੍ਰਭੂ ਦੇ ਕੋਲ ਨਹੀਂ ਚਲੇ ਜਾਂਦੇ। ਇਹ ਕਹਿ ਲਓ ਇੱਕ ਦੂਸਰਾ ਪੜਾਵ ਹੈ ਮੁਕਤੀ ਦਾ। ਅਸੀਂ ਬਚਾਏ ਗਏ, ਅਸੀਂ ਨਿਰਦੋਸ਼ ਸਾਬਿਤ ਕੀਤੇ ਗਏ, ਜਿਵੇਂ ਅਸੀਂ ਪਹਿਲਾਂ ਵੀ ਦੇਖਿਆ। ਪਰ ਹੁਣ ਕਿਉਂਕਿ ਅਸੀਂ ਨਿਰਦੋਸ਼ ਸਾਬਿਤ ਹੋ ਗਏ, ਹੁਣ ਅਸੀਂ ਦੁਬਾਰਾ ਉਹ ਗੁਨਾਹ ਨਹੀਂ ਕਰਦੇ ਜੋ ਅਸੀਂ ਪਹਿਲਾਂ ਕਰਦੇ ਸੀ। ਅਤੇ ਜੇ ਸਾਡੇ ਕੋਲ ਗੁਨਾਹ ਹੋ ਵੀ ਜਾਂਦੇ ਹਨ,
ਤੇ ਹੁਣ ਅਸੀਂ ਪ੍ਰਭੂ ਯਿਸੂ ਮਸੀਹ ਕੋਲ ਆ ਕੇ ਮਾफ़ੀ ਮੰਗ ਸਕਦੇ ਹਾਂ, ਪਿਤਾ ਕੋਲ ਆ ਕੇ ਮਾफ़ੀ ਮੰਗ ਸਕਦੇ ਹਾਂ ਤੇ ਉਹ ਸਾਨੂੰ ਮਾफ़ ਕਰਦਾ ਹੈ। ਇਸ ਕਰਕੇ ਜੋ ਇੱਕ ਪਵਿੱਤਰਤਾ ਵਾਲਾ ਜੀਵਨ ਹੈ ਜੋ ਕਿ ਸਾਨੂੰ ਮੁਕਤੀ ਦੇ ਵਿੱਚ ਮਿਲਿਆ ਹੈ, ਉਹ ਇੱਕ ਮਾफ़ੀ ਵਾਲਾ ਜੀਵਨ ਹੈ। ਪ੍ਰਭੂ ਯਿਸੂ ਮਸੀਹ ਦੇ ਕੋਲ ਆ ਕੇ ਅਸੀਂ ਤੌਬਾ ਕਰਦੇ ਹਾਂ ਰੋਜ਼, ਮਾफ़ੀ ਮੰਗਦੇ ਹਾਂ ਰੋਜ਼, ਕਿਉਂਕਿ ਇਹ ਇੱਕ ਮਸੀਹੀ ਜੀਵਨ ਲਈ ਬਹੁਤ ਹੀ ਚੰਗੀ ਤੇ ਇੱਕ ਜ਼ਰੂਰੀ ਗੱਲ ਹੈ। ਅਸੀਂ ਫਿਰ ਮੁਕਤੀ ਦੀ ਗੱਲ ਕਰਦੇ ਹਾਂ। ਮੁਕਤੀ ਭਵਿੱਖ ਵਿੱਚ ਕਿਵੇਂ ਜ਼ਾਹਰ ਹੋਵੇਗੀ। ਅਸੀਂ ਕੁਝ ਸਮੇਂ ਪਹਿਲਾਂ ਦੇਖਿਆ ਕਿ ਮੁਕਤੀ ਕੀ ਹੈ। ਮੁਕਤੀ ਦਾ ਮਤਲਬ ਹੈ ਨਿਰਦੋਸ਼ ਸਾਬਿਤ ਕੀਤੇ ਜਾਣਾ, ਮਾफ़ੀ ਪਾਉਣਾ ਤੇ ਸਦੀਪਕ ਜੀਵਨ ਪਾਉਣਾ, ਜੋ ਕਿ ਸਾਨੂੰ ਤੋਹਫੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਮਿਲਦਾ ਹੈ। ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਉਸ ਉੱਤੇ, ਜਦੋਂ ਅਸੀਂ ਨਿਹਚਾ ਕਰਦੇ ਹਾਂ ਪ੍ਰਭੂ ਯਿਸੂ ਮਸੀਹ 'ਤੇ, ਸਾਡੇ ਪਾਪ ਮਾफ़ ਹੋ ਗਏ ਅਤੇ ਸਾਨੂੰ ਨਵਾਂ ਜੀਵਨ ਮਿਲ ਗਿਆ। ਫਿਰ ਸਾਡੇ ਕੰਮ ਵੀ ਨਵੇਂ ਹੋ ਗਏ। ਦੂਜਾ ਕੁਰਿੰਥੀਆਂ ਉਸ ਦਾ 5ਵਾਂ ਅਧਿਆਇ ਉਸ ਦੀ 21 ਆਇਤ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਸਾਡਾ ਪੁਰਾਣਾ ਇਨਸਾਨ, ਪੁਰਾਣਾ ਆਦਮੀ ਜੋ ਹੈ ਉਹ ਮਰ ਚੁੱਕਾ ਹੈ ਅਤੇ ਨਵਾਂ ਇਨਸਾਨ, ਨਵਾਂ ਆਦਮੀ ਜੀ ਉੱਠਿਆ ਪ੍ਰਭੂ ਯਿਸੂ ਮਸੀਹ ਦੇ ਨਾਲ। ਮੁਕਤੀ ਭਵਿੱਖ ਵਿੱਚ ਕਿਵੇਂ ਜ਼ਾਹਰ ਹੋਵੇਗੀ ਸਾਡੇ ਉੱਤੇ। ਅਸੀਂ ਫਿਲਿੱਪੀਆਂ ਦਾ ਖੱਤ ਉਸ ਦਾ 1 ਅਧਿਆਇ ਉਸ ਦੀ 6 ਆਇਤ ਪੜ੍ਹਦੇ ਹਾਂ। ਉਸ ਵਿੱਚ ਪੌਲੁਸ ਕਹਿੰਦਾ ਹੈ, ਅਤੇ ਇਸ ਗੱਲ ਦੀ ਮੈਨੂੰ ਪ੍ਰਤੀਤ ਹੈ ਕਿ ਜੇ ਨੇ ਤੁਹਾਡੇ ਵਿੱਚ ਸ਼ੁਭ ਕੰਮ ਦਾ ਮੁੜ ਧਰਿਆ, ਸੋ ਯਿਸੂ ਮਸੀਹ ਦੇ ਦਿਨ ਤੋੜੀ ਉਹਨੂੰ ਪੂਰਾ ਕਰੇਗਾ। ਇਸ ਦਾ ਮਤਲਬ ਇਹ ਹੈ ਕਿ ਜਿਹੜੇ ਕੰਮ ਨੂੰ ਪਿਤਾ ਨੇ ਤੁਹਾਡੀ ਜ਼ਿੰਦਗੀਆਂ ਵਿੱਚ ਆਰੰਭ ਕੀਤਾ, ਉਸ ਨੂੰ ਉਹ ਪ੍ਰਭੂ ਯਿਸੂ ਮਸੀਹ ਦੇ ਦਿਨ ਪੂਰਾ ਕਰੇਗਾ। ਪ੍ਰਭੂ ਯਿਸੂ ਮਸੀਹ ਦਾ ਦਿਨ ਕੀ ਹੈ? ਪ੍ਰਭੂ ਯਿਸੂ ਮਸੀਹ ਦਾ ਦਿਨ ਉਹ ਹੈ ਜਦੋਂ ਪ੍ਰਭੂ ਯਿਸੂ ਮਸੀਹ ਇਸ ਦੁਨੀਆ 'ਤੇ ਦੁਬਾਰਾ ਆ ਜਾਵੇਗਾ। ਅਤੇ ਅਸੀਂ ਦੇਖਦੇ ਹਾਂ ਜਦੋਂ ਪਰਮੇਸ਼ਰ ਯਿਸੂ ਮਸੀਹ ਇਸ ਦੁਨੀਆ 'ਤੇ ਦੁਬਾਰਾ ਆਇਆ, ਉਸ ਦਿਨ ਜੋ ਯਿਸੂ ਮਸੀਹ ਦੇ ਵਿੱਚ ਮੁਰਦਾ ਲੋਕ ਹਨ, ਜੋ ਦਫਨਾਏ ਗਏ ਹਨ, ਜੋ ਮਾਰੇ ਗਏ ਹਨ, ਉਹ ਉਸ ਦਿਨ ਜ਼ਿੰਦਾ ਹੋ ਜਾਣਗੇ। ਅਤੇ ਜਿਹੜੇ ਲੋਕ ਜ਼ਿੰਦਾ ਹਨ ਜਦੋਂ ਯਿਸੂ ਮਸੀਹ ਵਾਪਸ ਆਇਆ, ਅਤੇ ਉਸ ਦਿਨ ਜੋ ਲੋਕ ਜੀਵਿਤ ਹੋਣਗੇ, ਜੋ ਮਸੀਹੀ ਲੋਕ ਜੀਵਿਤ ਹੋਣਗੇ, ਉਹ ਪ੍ਰਭੂ ਯਿਸੂ ਮਸੀਹ ਨੂੰ ਆਪਣੀਆਂ ਅੱਖਾਂ ਨਾਲ ਦੇਖਣਗੇ। ਅਤੇ ਜਿਹੜੇ ਮੁਰਦਾ ਲੋਕ ਹਨ ਉਹ ਉਠਾਏ ਜਾਣਗੇ ਕਬਰਾਂ ਵਿੱਚੋਂ ਜਾਂ ਅੱਗ ਵਿੱਚੋਂ ਜਾਂ ਕਿਤੇ ਵੀ ਜਿੱਥੇ ਵੀ ਮਸੀਹ ਲੋਕ ਮਰੇ ਹਨ, ਉਹਨਾਂ ਜਗ੍ਹਾ ਵਿੱਚੋਂ ਮਸੀਹ ਲੋਕ ਹੀ ਉੱਠ ਜਾਣਗੇ ਪ੍ਰਭੂ ਦੀ ਸ਼ਕਤੀ ਨਾਲ, ਪ੍ਰਭੂ ਦੇ ਦਿਨ ਵਿੱਚ। ਅਤੇ ਉਹ ਉਹਨਾਂ ਲੋਕਾਂ ਨਾਲ ਸ਼ਾਮਿਲ ਹੋ ਜਾਣਗੇ ਜਿਹੜੇ ਕਿ ਜੀਵਿਤ ਹਨ। ਅਤੇ ਪ੍ਰਭੂ ਦੇ ਲੋਕ ਫਿਰ ਪ੍ਰਭੂ ਦੇ ਨਾਲ ਹਮੇਸ਼ਾ ਹਮੇਸ਼ਾ ਲਈ ਨਵੀਂ ਜ਼ਿੰਦਗੀ, ਜੋ ਕਿ ਨਵੀਂ ਧਰਤੀ ਹੈ, ਨਵਾਂ ਅਸਮਾਨ ਹੈ, ਨਵਾਂ ਸਵਰਗ ਹੈ, ਉਸ ਵਿੱਚ ਪ੍ਰਭੂ ਦੇ ਲੋਕ ਰਹਿਣਗੇ। ਅਤੇ ਅਸੀਂ ਗੱਲ ਕਰਦੇ ਹਾਂ ਮੁਕਤੀ ਦੀ। ਅਸੀਂ ਭੂਤਕਾਲ ਵਿੱਚ ਬਚਾਏ ਗਏ, ਨਿਰਦੋਸ਼ੀ ਸਾਬਿਤ ਕੀਤੇ ਗਏ। ਅਸੀਂ ਹੁਣ ਬਚਾਏ ਜਾ ਰਹੇ ਹਾਂ ਕਿਉਂਕਿ ਸਾਡਾ ਹੁਣ ਜੀਵਨ ਪਵਿੱਤਰਤਾ ਹੀ ਵਾਲਾ ਹੋ ਗਿਆ, ਜੋ ਕਿ ਇੱਕ ਚਿੰਨ੍ਹ ਹੈ ਕਿ ਪ੍ਰਭੂ ਯਿਸੂ ਮਸੀਹ ਵਾਕਈ ਹੀ ਸਾਨੂੰ ਆਪਣੇ ਹੱਥਾਂ ਵਿੱਚ ਰੱਖ ਰਿਹਾ ਹੈ। ਅਤੇ ਤੀਜੀ ਗੱਲ ਇਹ ਹੈ ਕਿ ਜਦੋਂ ਯਿਸੂ ਮਸੀਹ ਵਾਪਸ ਆ ਗਿਆ, ਉਸ ਦਿਨ ਅਸੀਂ ਯਿਸੂ ਮਸੀਹ ਦੇ ਨਾਲ ਹਮੇਸ਼ਾ ਹਮੇਸ਼ਾ ਦੀ ਜ਼ਿੰਦਗੀ ਬਿਤਾਵਾਂਗੇ। ਉਸ ਦਿਨ ਸਾਡੇ ਸਰੀਰ ਬਦਲ ਜਾਣਗੇ, ਸਾਡੇ ਵਿੱਚ ਕੋਈ ਪਾਪ ਨਹੀਂ ਰਹੇਗਾ ਅਤੇ ਅਸੀਂ ਪਰਮੇਸ਼ਰ ਦੇ ਨਾਲ ਸਦਾ ਸਦਾ ਤੱਕ ਰਹਾਂਗੇ। ਇਹ ਸਾਡਾ ਕਹਿ ਲਓ ਇੱਕ ਮੁਕਤੀ ਦਾ ਅੰਤ ਹੈ, ਇੱਕ ਮੁਕਤੀ ਦਾ ਫਾਈਨਲ ਪੜਾਵ ਹੈ, ਅੰਤਿਮ ਪੜਾਵ ਹੈ, ਜਿਸ ਵਿੱਚ ਮੁਕਤੀ ਦੀ ਸਭ ਜਾਣਕਾਰੀ ਹੋ ਜਾਵੇਗੀ। ਕਹਿਣ ਦਾ ਮਤਲਬ ਇਹ ਹੈ ਕਿ ਉਸ ਦਿਨ ਸਾਨੂੰ ਉਹ ਗੱਲਾਂ ਸਭ ਪਤਾ ਲੱਗ ਜਾਣਗੀਆਂ ਜੋ ਪ੍ਰਭੂ ਯਿਸੂ ਮਸੀਹ ਸਾਡੇ ਲਈ ਕਰਦਾ ਸੀ। ਅਤੇ ਉਸ ਦਿਨ ਸਾਡੀ ਖੁਸ਼ੀ ਪੂਰੀ ਹੋ ਜਾਵੇਗੀ। ਜਦੋਂ ਅਸੀਂ ਇਸ ਸੰਸਾਰ 'ਚ ਰਹਿੰਦੇ ਹਾਂ, ਕਈ ਵਾਰੀ ਅਸੀਂ ਦੁੱਖ ਤਕਲੀਫਾਂ ਤੋਂ ਨਿਕਲਦੇ ਹਾਂ, ਸਾਡੇ ਅੰਦਰ ਕਈ ਵਾਰੀ ਖੁਸ਼ੀ ਨਹੀਂ ਹੁੰਦੀ, ਕਈ ਵਾਰੀ ਅਸੀਂ ਪਾਪ 'ਚ ਡਿੱਗ ਜਾਂਦੇ ਹਾਂ, ਕਈ ਵਾਰੀ ਅਸੀਂ ਸੋਚਦੇ ਹਾਂ ਕਿ ਵਾਕਈ ਪਰਮੇਸ਼ਰ ਹੈ ਜਾਂ ਨਹੀਂ। ਪਰ ਉਸ ਦਿਨ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਅੱਖਾਂ ਨਾਲ ਦੇਖਾਂਗੇ ਅਤੇ ਸਾਡੀ ਖੁਸ਼ੀ ਪੂਰੀ ਹੋ ਜਾਵੇਗੀ। ਅਸੀਂ ਪਰਮੇਸ਼ਰ ਦੇ ਵਿੱਚ ਨਵੇਂ ਬਣਾ ਦਿੱਤੇ ਜਾਵਾਂਗੇ, ਸਾਨੂੰ ਨਵੇਂ ਸਰੀਰ ਮਿਲਣਗੇ। ਜਿਵੇਂ ਪ੍ਰਭੂ ਯਿਸੂ ਮਸੀਹ ਜ਼ਿੰਦਾ ਹੋਇਆ, ਉਹ ਸਰੀਰ ਵਿੱਚ ਜ਼ਿੰਦਾ ਹੋਇਆ, ਉਸੇ ਤਰ੍ਹਾਂ ਅਸੀਂ ਵੀ ਸਰੀਰ ਵਿੱਚ ਜ਼ਿੰਦਾ ਹੋ ਜਾਵਾਂਗੇ। ਇਹਨੂੰ ਅਸੀਂ ਗਲੋਰੀਫਿਕੇਸ਼ਨ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ। ਇਸ ਦਾ ਮਤਲਬ ਇਹ ਹੈ ਕਿ ਉਸ ਦਿਨ ਜੋ ਪ੍ਰਭੂ ਨੇ ਸਾਡੇ ਵਿੱਚ ਕੰਮ ਆਰੰਭਿਆ ਹੈ, ਉਹ ਪ੍ਰਭੂ ਯਿਸੂ ਮਸੀਹ ਨੇ ਖ਼ਤਮ ਕਰ ਦੇਣਾ ਹੈ, ਕੰਪਲੀਟ ਕਰ ਦੇਣਾ ਹੈ। ਉਸ ਦਿਨ ਅਸੀਂ ਪ੍ਰਭੂ ਦੇ ਨਾਲ ਹਮੇਸ਼ਾ ਹਮੇਸ਼ਾ ਦੀ ਜ਼ਿੰਦਗੀ ਬਿਤਾਵਾਂਗੇ, ਸਦੀਪਕ ਜੀਵਨ ਜੋ ਸਾਡੇ ਲਈ ਰੱਖਿਆ ਹੋਇਆ ਹੈ ਪਰਮੇਸ਼ਰ ਨੇ ਆਪਣੇ ਸਵਰਗੀ ਰਾਜ ਵਿੱਚ। ਅਤੇ ਅੱਜ ਦਾ ਪ੍ਰਸ਼ਨ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਕੋਲ ਇਹ ਇੱਕ ਉਮੀਦ ਹੈ, ਆਸ ਹੈ
ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਜਿੱਥੇ ਪ੍ਰਭੂ ਯਿਸੂ ਮਸੀਹ ਹੈ ਉੱਥੇ ਤੁਸੀਂ ਵੀ ਹੋਵੋਗੇ। ਕੀ ਤੁਸੀਂ ਆਪਣੇ ਪਾਪਾਂ ਤੋਂ ਤੌਬਾ ਕੀਤੀ ਹੈ? ਕੀ ਤੁਸੀਂ ਪਰਮੇਸ਼ਰ ਤੋਂ ਆਪਣੇ ਪਾਪਾਂ ਦੀ ਮਾਫੀ ਮੰਗੀ ਹੈ? ਜਾਂ ਕੀ ਤੁਸੀਂ ਆਪਣੇ ਪਾਪਾਂ ਦੇ ਵਿੱਚ ਰਹਿਣਾ ਹੀ ਪਸੰਦ ਕਰਦੇ ਹੋ? ਪ੍ਰਭੂ ਯਿਸੂ ਮਸੀਹ ਇਹ ਵੀ ਕਹਿੰਦਾ ਹੈ ਕਿ ਜੋ ਲੋਕ ਆਪਣੇ ਪਾਪਾਂ ਤੋਂ ਤੌਬਾ ਨਹੀਂ ਕਰਦੇ ਉਹਨਾਂ ਨੂੰ ਨਰਕ ਦੀ ਅੱਗ ਵਿੱਚ ਸਿੱਟ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਕਦੇ ਵੀ ਮਾਫੀ ਨਹੀਂ ਮਿਲੇਗੀ। ਅਤੇ ਅੱਜ ਅਸੀਂ ਦੇਖਦੇ ਹਾਂ ਬਾਈਬਲ ਦੇ ਵਿੱਚ, ਇਬਰਾਨੀਆਂ ਦੇ ਖੱਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਮੁਕਤੀ ਦਾ ਦਿਨ ਅੱਜ ਹੈ, ਅੱਜ ਹੀ ਮੁਕਤੀ ਦਾ ਦਿਨ ਹੈ। ਤੁਸੀਂ ਕੱਲ੍ਹ ਤੱਕ ਇਹ ਗੱਲ ਨੂੰ ਨਾ ਛੱਡੋ। ਪ੍ਰਭੂ ਕਹਿੰਦਾ ਹੈ ਕਿ ਅੱਜ ਹੀ ਪਰਮੇਸ਼ਰ ਦੇ ਕੋਲ ਆ ਕੇ ਪਾਪਾਂ ਦੀ ਮਾਫੀ ਮੰਗੋ ਅਤੇ ਇਕਰਾਰ ਕਰੋ ਕਿ ਯਿਸੂ ਮਸੀਹ ਹੀ ਪ੍ਰਭੂ ਹੈ ਅਤੇ ਤੁਹਾਡੇ ਪਾਪ ਮਾਫ ਕੀਤੇ ਜਾਣਗੇ। ਮੈਂ ਉਮੀਦ ਕਰਦਾ ਹਾਂ ਇਹ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਫਲਦਾਇਕ ਹੋਵੇਗਾ। ਆਮੀਨ।